ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਰੇਡ ਐਫਐਮ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ। ਮੈਂ ਅਨੂਜਾ ਸ਼ਰਮਾ। ਅਸੀਂ ਸਭ ਜਾਣਦੇ ਹਾਂ ਕਿ ਪੰਜਾਬ ਲਈ ਅੱਜ ਬਹੁਤ ਜ਼ਿਆਦਾ ਇੰਪੋਰਟੈਂਟ ਦਿਨ ਸੀਗਾ। ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ 9ਵਾਂ ਬਜਟ ਪੇਸ਼ ਕੀਤਾ ਗਿਆ ਮਨਪ੍ਰੀਤ ਬਾਦਲ ਜੀ ਵੱਲੋਂ। ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ, ਉਹਨਾਂ ਤੋਂ ਜਾਣਾਂਗੇ ਬਜਟ ਦੇ ਬਾਰੇ ਵੀ ਬਹੁਤ ਕੁਝ। ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ। ਬਹੁਤ ਬਹੁਤ ਸਵਾਗਤ ਮਨਪ੍ਰੀਤ ਜੀ। ਥੈਂਕ ਯੂ ਬੇਟਾ, ਔਰ ਤੁਹਾਡੇ ਸਾਰੇ ਦੇਖਣ ਵਾਲਿਆਂ ਦੇ ਤੇ ਸੁਣਨ ਵਾਲਿਆਂ ਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਮਸਤੇ। ਮਨਪ੍ਰੀਤ ਜੀ, ਅੱਜ ਵਿਮਨਸ ਡੇ ਹੈਗਾ ਆ। ਪਹਿਲੇ ਗੱਲ ਕਰਦੇ ਹਾਂ ਵਿਮਨਸ ਡੇ ਦੇ ਵਿੱਚ ਜਿਹੜੀ ਤੁਸੀਂ ਦੋ ਚੀਜ਼ਾਂ ਆਪਣੇ ਬਜਟ ਦੇ ਵਿੱਚ ਵਿਮਨਸ ਵਾਸਤੇ ਕੀਤੀਆਂ ਨੇ। ਪਹਿਲਾਂ ਟਿਕਟਸ ਜਿਹੜੀਆਂ ਉਹਨਾਂ ਵਾਸਤੇ ਜਿਹੜਾ ਟਰੈਵਲ ਹੈਗਾ ਆ ਉਹ ਫ੍ਰੀ ਆਫ ਕੋਸਟ ਕੀਤਾ ਗਿਆ ਆ। ਦੂਸਰਾ 7 ਨਵੇਂ ਹੋਸਟਲਸ ਬਣਾਉਣ ਦੀ ਗੱਲ ਕੀਤੀ ਗਈ ਆ ਜਿਹੜੇ ਵਰਕਿੰਗ ਵਿਮਨਸ ਹੈਗੀ ਆ। ਇਹਨਾਂ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ ਬੇਟਾ, ਅਸੀਂ ਅਸਲ ਜਿਹੜਾ ਕਾਂਗਰਸ ਪਾਰਟੀ ਨੇ ਜਿਹੜੇ ਫੈਸਲੇ ਲਏ ਹੈ, ਔਰ ਇਸ ਤੋਂ ਵੀ ਵੱਡਾ ਫੈਸਲਾ ਜਿਹੜਾ ਲਿਆ ਹੈ ਉਹ ਇਹ ਹੈ ਕਿ ਜਿੰਨੀ ਵੀ ਗਵਰਨਮੈਂਟ ਇੰਪਲੋਇਮੈਂਟ ਜਾਂ ਰਿਕਰੂਟਮੈਂਟ ਹੁੰਦੀ ਹੈ ਉਹਦਾ 33% ਅਸੀਂ ਆਪਣੀ ਬੇਟੀਆਂ ਨੂੰ ਜਾਂ ਔਰਤ ਜ਼ਾਤ ਵਾਸਤੇ ਰਿਜ਼ਰਵ ਕੀਤਾ ਔਰ ਇਹ ਬਹੁਤ ਵੱਡਾ ਫੈਸਲਾ ਹੈ। ਦੂਸਰਾ ਅਸੀਂ ਇਹ ਵੀ ਫੈਸਲਾ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਸਰਕਾਰ ਨੇ ਕਿ ਜਿੰਨੀਆਂ ਵੀ ਅਰਬਨ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਹੁੰਦੀਆਂ ਜਾਂ ਰੂਰਲ ਬਾਡੀਜ਼ ਦੀਆਂ, ਉਹਦੇ 'ਚ 50% ਔਰਤ ਦਾ ਹਿੱਸਾ ਰੱਖਿਆ ਹੋਇਆ। ਔਰ ਅੱਜ ਤਾਂ ਹੋ ਸਕਦਾ ਤੁਹਾਡੇ ਸੁਣਨ ਵਾਲੇ ਮੇਰੀ ਗੱਲ 'ਤੇ ਹੱਸਣਗੇ, ਪਰ ਜਿਹੜੇ ਆਹ ਫੈਸਲੇ ਲਏ ਹੈ ਇਹਨਾਂ ਨੇ ਜ਼ਮਾਨੇ ਨੂੰ ਬਦਲ ਦੇਣਾ। ਅੱਜ ਤੋਂ 20 ਸਾਲ ਬਾਅਦ ਜਦੋਂ ਸਾਡੀਆਂ ਬੇਟੀਆਂ ਇਸ ਹੈਸੀਅਤ 'ਚ ਹੋ ਗਈਆਂ ਕਿ ਉਹਨਾਂ ਦੇ ਹੱਥ 'ਚ ਪੈਸੇ ਹਰ ਮਹੀਨੇ ਆਉਣ ਲੱਗ ਗਏ, ਉਹ ਆਪਣੀ ਤਕਦੀਰ ਦੀਆਂ ਖੁਦ ਮਾਲਕ ਹੋ ਗਈਆਂ, ਤਾਂ ਪੰਜਾਬ ਦਾ ਸਮਾਜ ਬਦਲ ਜੂਗਾ। ਔਰ ਇਹ 20 ਸਾਲਾਂ ਦੀ ਗੱਲ ਹੈ। ਔਰ ਜਿੱਥੋਂ ਤੱਕ ਤੁਸੀਂ ਇਹ ਗੱਲ ਕਹੀ ਕਿ ਫ੍ਰੀ ਟਰੈਵਲ ਇਹਨਾਂ ਨੇ ਅਲਾਉ ਕੀਤਾ ਹੈ, ਫ੍ਰੀ ਟਰੈਵਲ ਦੇ ਪਿੱਛੇ ਵੀ ਫਿਰ ਉਸੇ ਗੱਲ ਇੰਪਾਵਰਮੈਂਟ ਦੀ ਗੱਲ ਸੀ ਕਿ women have to empowered, they should be able to travel। ਕਈ ਵਾਰੀ ਬਾਜ਼ ਦਫਾ ਪੈਸੇ ਨਹੀਂ ਹੁੰਦੇ। ਔਰ ਮੈਨੂੰ ਇਹ ਵੀ ਖਿਆਲ ਸੀ ਕਿ ਕਿਉਂਕਿ ਅਸੀਂ ਜੁਲਾਈ ਤੱਕ 50,000 ਸਰਕਾਰੀ ਜੌਬਸ ਜਿਹੜੀਆਂ ਤਕਸੀਮ ਕਰਨੀਆਂ, ਔਰ ਜੁਲਾਈ ਤੋਂ ਦਸੰਬਰ ਤੱਕ 50,000 ਹੋਰ, ਸੋ 1 ਲੱਖ ਦੇ ਵਿੱਚ ਇਹਦਾ ਮਤਲਬ ਹੈ ਕਿ 33,000 ਬੱਚੇ ਜਿਹੜੇ ਆ ਸਾਡੇ, ਬੱਚੀਆਂ ਸੌਰੀ, ਉਹ ਗਵਰਨਮੈਂਟ ਜੌਬਸ 'ਚ ਆ ਜਾਣਗੀਆਂ। ਔਰ ਜਦੋਂ ਫਰਜ਼ ਕਰ ਲਓ ਬਠਿੰਡੇ ਦੀ ਬੱਚੀ ਹੈ, ਉਹਨੂੰ ਉਹਦੀ ਜੌਬ ਉੱਥੇ ਆ ਗਈ ਹੈ ਅੰਮ੍ਰਿਤਸਰ, ਤਾਂ ਫਿਰ ਉਹ ਕਿਵੇਂ ਉੱਥੇ ਜਾ ਕੇ ਰਹੇਗੀ? ਹੂ ਵਿਲ ਸ਼ੀ ਲਿਵ ਵਿਦ? ਕਿਰਾਏ 'ਤੇ ਰਹੇਗੀ। ਸੋ ਇਹ ਸੋਚਿਆ ਕਿ ਸਾਡੇ 22 ਡਿਸਟ੍ਰਿਕਟਸ ਹੈ, ਹਰ ਡਿਸਟ੍ਰਿਕਟ ਦੇ ਵਿੱਚ ਵਰਕਿੰਗ ਵਿਮਨਸ ਹੋਸਟਲ ਬਣਾ ਦਈਏ। ਉਹਦੇ ਵਾਸਤੇ ਇਸ ਸਾਲ ਕਿਉਂਕਿ ਸਾਡੇ ਕੋਲ ਜੋ ਫੰਡਸ ਲਿਮਿਟਿਡ ਹੈ, ਇਸ ਸਾਲ ਸਿਰਫ 7 ਜ਼ਿਲ੍ਹੇ ਰੱਖੇ, ਬਟ ਇਵੈਂਚੁਅਲੀ ਇਹਨੂੰ ਅਸੀਂ ਸਕੇਲ ਅਪ ਕਰਾਂਗੇ ਅਤੇ ਸਾਰੇ 22 ਦੇ 22 ਜ਼ਿਲ੍ਹੇ, ਫਿਰ ਇਸ ਤੋਂ ਬਾਅਦ ਤਹਿਸੀਲ ਦੇ ਵਿੱਚ, ਕਿਉਂਕਿ ਇਵੈਂਚੁਅਲੀ ਜਿਹੜੀ ਵਰਕਫੋਰਸ ਹੈ ਪੰਜਾਬ ਦੀ ਉਹ ਤਕਰੀਬਨ 3.25 ਲੱਖ ਹੈ ਇਸ ਵੇਲੇ। ਤਾਂ ਉਹਦੇ 'ਚੋਂ ਜੇ ਲੱਖ ਬੱਚੀ ਨੂੰ ਰੁਜ਼ਗਾਰ ਮਿਲਦਾ, ਦੈਨ ਵੇਰ ਐਵਰ ਸ਼ੀ ਇਜ਼ ਪੋਸਟਡ, ਬਿਕੋਜ਼ ਗਵਰਨਮੈਂਟ ਜੌਬਸ ਆਰ ਟਰਾਂਸਫਰੇਬਲ, ਅਤੇ ਉਹਨੂੰ ਕੋਈ ਨਾ ਕੋਈ ਇੱਕ ਐਸੀ ਸੇਫ ਪਲੇਸ ਵੇਅਰ ਸ਼ੀ ਕੈਨ ਲਿਵ ਐਂਡ ਉਹ ਜ਼ਿਆਦਾ ਪੈਸੇ ਵੀ ਨਾ ਖਰਚ ਹੋਣ। ਸੋ ਇਸ ਕਿਸਮ ਦਾ। ਔਰ ਜਿੱਥੋਂ ਤੱਕ ਫ੍ਰੀ ਬੱਸ ਟਰੈਵਲ ਹੈ, ਮੈਂ 150 ਕਰੋੜ ਰੁਪਇਆ ਰੱਖਿਆ। ਮੈਂ ਗਲਤ ਹੋ ਸਕਦਾ, ਪਰ ਮੇਰੀ ਆਪਣੀ ਸੋਚ ਹੈ ਕਿ ਪੰਜਾਬ ਰੋਡਵੇਜ਼ ਜਾਂ PRTC ਕਾਰਪੋਰੇਸ਼ਨ ਦੀਆਂ ਜਿਹੜੀਆਂ ਬੱਸਿਸ ਹੈ, ਵੈਸੇ ਵੀ ਉਹਦੀ ਆਕੂਪੈਂਸੀ ਇਜ਼ ਅਬਾਊਟ 50%। ਅਤੇ ਜੇ ਲੇਡੀਜ਼ ਬੈਠ ਵੀ ਜਾਣਗੀਆਂ, ਕਿਉਂਕਿ ਮੁਲਾਜ਼ਮਾਂ ਦਾ ਤਾਂ ਉਹੀ ਤਨਖਾਹ ਹੋਣੀ ਹੈ, ਬੱਸ 'ਤੇ ਵੀ ਉਨਾ ਹੀ ਡੀਜ਼ਲ ਲੱਗਣਾ। ਔਰ ਮੈਂ ਇਹ ਵੀ ਨੋਟਿਸ ਕੀਤਾ ਕਿ ਪੰਜਾਬ ਦੇ ਵਿੱਚ ਔਰਤਾਂ ਇਕੱਲੀਆਂ ਨਹੀਂ ਟਰੈਵਲ ਕਰਦੀਆਂ, ਫੈਮਲੀਜ਼ ਨਾਲ ਕਰਦੀਆਂ, ਕਈ ਵਾਰੀ ਆਪਣੇ ਭਰਾ ਨਾਲ, ਆਪਣੇ ਬੇਟੇ ਨਾਲ, ਆਪਣੇ ਹਸਬੈਂਡ ਨਾਲ। ਔਰ ਜੇ ਫ੍ਰੀ ਹੋ ਗਿਆ ਤਾਂ ਮੈਨੂੰ ਲੱਗਦਾ ਕਿ ਪੰਜਾਬ ਰੋਡਵੇਜ਼ ਦੇ ਦਰਅਸਲ ਰੈਵਨਿਊਜ਼ ਹੀ ਵੱਧ ਜਾਣਗੇ, ਕਿਉਂਕਿ ਉਹ ਕਹਿਣਗੇ ਕਿ ਔਰਤ ਦੀ ਤਾਂ ਟਿਕਟ ਨਹੀਂ ਲੱਗਣੀ, ਮੇਰੀ ਇੱਕ ਟਿਕਟ ਲੱਗਦੀ ਹੈ। ਔਰ ਸਾਡਾ ਜਿਹੜਾ ਕੰਪੀਟੀਸ਼ਨ ਹੈ ਪ੍ਰਾਈਵੇਟ ਨਾਲ, ਸੋ ਉਸ ਕੰਪੀਟੀਸ਼ਨ ਦੇ ਵਿੱਚ ਸਰਕਾਰ ਦੀਆਂ ਬੱਸਿਸ ਜਿਹੜੀਆਂ, ਹੋ ਸਕਦਾ ਰੈਵਨਿਊ ਸਾਡਾ ਵੱਧ ਜੇ। ਬਹਰਹਾਲ ਦੈਟ ਇਜ਼ ਦਾ ਪਲਾਨ। ਤੇ ਗੱਲ ਕਰੀਏ ਬਜਟ ਦੀ, ਤੇ ਜਿਹੜਾ ਇਸ ਵਕਤ ਪਿੱਛੇ ਬਹੁਤ ਔਖੀ ਘੜੀ ਲੰਘ ਕੇ ਗਈ ਹੈ, ਕੋਵਿਡ ਦੀ, ਲੋਕਡਾਊਨ ਰਿਹਾ, ਉਹਦਾ ਇਸ ਬਜਟ ਉੱਤੇ ਕਿੰਨਾ ਕੁ ਅਸਰ ਪਿਆ ਆ ਤੁਹਾਨੂੰ ਲੱਗਦਾ? ਬੇਟਾ, ਇਹ ਜਿਹੜੇ ਬਜਟ ਹੁੰਦੇ ਆ ਇਹ ਦਰਅਸਲ 5 ਸਾਲ ਦਾ ਸਫ਼ਰ ਹੁੰਦਾ ਹੈ। ਔਰ ਕਿਉਂਕਿ ਤੁਹਾਡੇ ਸੁਣਨ ਵਾਲਿਆਂ ਦੀ ਯਾਦਾਸ਼ਤ ਬੜੀ ਕਮਜ਼ੋਰ ਹੈ, ਔਰ ਉਹ ਸ਼ਾਇਦ ਭੁੱਲ ਹੀ ਗਏ ਹੋਣਗੇ ਕਿ ਇਹ ਕਿਸ ਕਿਸਮ ਦੇ ਹਾਲਾਤ ਦੇ ਵਿੱਚ 2017 'ਚ ਜਦੋਂ ਅਸੀਂ ਜ਼ਿੰਮੇਵਾਰੀ ਸੰਭਾਲੀ ਸੀ, ਔਰ ਇੱਕ 31,000 ਕਰੋੜ ਦਾ ਕਰਜ਼ਾ ਜਿਹੜਾ ਸੀ, CCL ਗੈਪ ਸੀਗਾ, ਉਹ ਸਾਨੂੰ ਡੈਟ ਦੀ ਸ਼ਕਲ 'ਚ ਪਹਿਲੇ ਦਿਨ ਹੀ ਮਿਲ ਗਿਆ। ਉਸ ਤੋਂ ਇਲਾਵਾ ਕੱਲ੍ਹ ਜਿਹੜੀ ਸਾਬਕਾ ਸਰਕਾਰ ਸੀ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕੰਮ ਤਾਂ ਕਰਵਾ ਲਏ, ਬਟ
ਪੈਸਿਆਂ ਦੀ ਭੁਗਤਾਨ 8,000 ਕਰੋੜ। ਸੋ ਜਿਹੜੀ ਸਰਕਾਰ ਔਰ ਜਿਹੜੀ ਗਵਰਨਮੈਂਟ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਲੈ ਕੇ ਇਲੈਕਟ ਹੋ ਕੇ ਆਈ ਹੋਵੇ, ਉਹਨੂੰ ਪਹਿਲੇ ਦਿਨ ਹੀ 38,000 ਕਰੋੜ, ਆਲਮੋਸਟ 6-7 ਬਿਲੀਅਨ ਕੈਨੇਡੀਅਨ ਡਾਲਰਸ ਦਾ ਕਰਜ਼ਾ ਇੱਕ ਦਿਨ 'ਚ ਮਿਲ ਜੇ, ਉਹ ਕਿਸ਼ਤੀ ਨੂੰ ਅਸੀਂ ਉਸ ਤੂਫਾਨ 'ਚੋਂ ਕਿਵੇਂ ਕਿਨਾਰਾ ਦਿੱਤਾ। ਔਰ ਇਹ ਕੋਵਿਡ ਦਾ ਜਿਹੜਾ ਸਾਲ ਗੁਜ਼ਰ ਰਿਹਾ, ਔਰ ਮੈਂ ਇਨਸਾਨੀ ਤਵਾਰੀਖ ਦੇ ਵਿੱਚ ਤਾਂ ਐਸੀ ਕੋਈ ਮਿਸਾਲ ਨਹੀਂ ਮਿਲਦੀ ਕਿ ਐਸੀ ਕੋਈ ਮਹਾਮਾਰੀ ਆਈ ਹੋਵੇ ਜਿਹਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖਤਾ। ਔਰ ਜਿਹੜੇ ਤੁਸੀਂ ਕੈਨੇਡਾ ਦਾ ਇੱਕ ਤੁਹਾਡਾ ਟੀਵੀ ਹੈ, ਅਮਰੀਕਾ, ਕੈਨੇਡਾ, UK, ਜਿਹੜੇ ਆਪਣੇ ਆਪ ਨੂੰ ਬੜੇ ਖੱਬੀ ਖਾਨ ਮੁਲਕ ਸਮਝਦੇ ਆ, ਇਟਲੀ, ਫਰਾਂਸ, ਦਰਅਸਲ ਇਹ ਮੁਲਕ ਲੜਖੜਾ ਗਏ। ਕੋਈ ਮੁਲਕ ਜਿਹੜਾ ਕਹੇ, ਕੋਈ ਰਿਆਸਤ ਇਹ ਕਹਿੰਦੀ ਹੈ ਕਿ ਅਸੀਂ ਮੁਨਾਫੇ 'ਚ ਨਿਕਲ ਆਏ ਹਾਂ, ਤਾਂ ਇਹ ਗਲਤ ਹੈ। ਤੇ ਪੰਜਾਬ ਵੀ ਉਸੇ ਹਾਲਾਤ ਸੀਗਾ, ਬਟ ਬਾਵਜੂਦ ਇਹਨਾਂ ਦੇ ਅਸੀਂ ਇਹਨੂੰ, ਔਰ ਜਿਸ ਕਿਸਮ ਦੀ ਸਾਡੀ ਮੈਨੇਜਮੈਂਟ ਸੀ ਫਾਈਨੈਂਸ ਡਿਪਾਰਟਮੈਂਟ ਦੀ, ਸਾਡੇ ਜਿਹੜੇ ਟੋਟਲ ਰੈਵਨਿਊ ਰਿਸੀਟਸ ਹੈ, TRR ਕਹਿੰਦੇ ਉਹਨੂੰ, ਫਾਈਨੈਂਸ਼ੀਅਲ ਟਰਮ ਹੈ, ਉਹ ਅਕਾਲੀ ਦਲ ਦਾ ਲਾਸਟ ਈਅਰ ਤੇ ਸਾਡਾ ਲਾਸਟ ਈਅਰ ਇਹ ਡਬਲ ਹੋ ਗਿਆ। ਅਸੀਂ ਆਪਣੇ ਖਰਚੇ ਜਿਹੜੇ ਹੈ ਕਾਫੀ ਹੱਦ ਤੱਕ ਉਹਦੇ ਤੇ ਲਗਾਮ ਪਾਈ ਹੋਈ ਹੈ। ਔਰ ਜਿਹੜੀ ਸਰਕਾਰ ਦੇ ਰੈਵਨਿਊਜ਼ ਡਬਲ ਹੋ ਜਾਣ, ਫਿਰ ਉਹ ਪੈਸਿਆਂ ਨਾਲ ਕੀ ਕਰੂਗੀ? ਬਹਰਹਾਲ ਉਹ ਪੈਸਿਆਂ ਨਾਲ ਕਰੂਗੀ ਕਿ ਕਿਉਂਕਿ ਜਿਹੜਾ ਪਬਲਿਕ ਮਨੀ ਹੁੰਦਾ, ਉਹਦੇ ਤੇ ਸਭ ਤੋਂ ਵੱਧ ਅਧਿਕਾਰ ਕਿਸ ਆਦਮੀ ਦਾ? ਜਿਹੜਾ ਸਭ ਤੋਂ ਜ਼ਿਆਦਾ ਗਰੀਬ ਹੈ। ਔਰ ਮੈਂ ਤਾਂ ਪਿੰਡਾਂ 'ਚ ਜਨਮ ਲਿਆ ਹੈ, ਪਿੰਡ 'ਚ ਹੀ ਮੈਂ ਜਵਾਨ ਹੋਇਆ, ਮੈਂ ਪਿੰਡ ਦੀ ਸਿਆਸਤ ਵੀ ਕੀਤੀ ਹੈ। ਤੁਸੀਂ ਬੇਟਾ ਸੋਚ ਨਹੀਂ ਸਕਦੇ ਕਿ ਉਹ ਆਬਾਦੀਆਂ, ਉਹ ਮਹੱਲੇ, ਉਹ ਬਸਤੀਆਂ ਜਿੱਥੇ ਲੋਕਾਂ ਕੋਲੇ 10 ਰੁਪਏ ਵੀ ਹੈ ਨਹੀਂ, ਔਰ ਕਿਸ ਬੇਸਬਰੀ ਨਾਲ ਉਹ 750 ਰੁਪਏ ਦਾ ਇੰਤਜ਼ਾਰ ਹੁੰਦਾ ਹਰ ਮਹੀਨੇ। ਔਰ ਉਸ ਬਾਪ ਦਾ ਹੀ ਦਿਲ ਜਾਣਦਾ ਹੈ ਜਿਹਨੇ ਆਪਣੀ ਬੇਟੀ ਨੂੰ ਉਹਦੇ ਹੱਥ ਪੀਲੇ ਕਰਨੇ ਹੋਣ, ਬੇਟੀ ਦੇ ਸਿਰ ਤੇ ਵਾਲ ਚਿੱਟੇ ਆ ਗਏ ਹੋਣ, ਔਰ ਉਸ ਬਾਪ ਦਾ ਦਿਲ ਜਾਣਦਾ ਹੈ ਕਿ ਮੈਂ ਇਹਨੂੰ ਵਿਦਾ ਕਿਵੇਂ ਕਰੂੰਗਾ। ਸੋ ਇਹ ਤਾਂ ਮੈਨੂੰ ਅਹਿਸਾਸ ਸੀਗਾ ਕਿ ਜਿਵੇਂ ਵੀ ਮੇਰੇ ਕੋਲੇ ਪੈਸੇ ਆਉਂਦੇ ਆ, ਔਰ ਫਰਸਟ ਚਾਰਜ ਜਾਂ ਫਰਸਟ ਲੀਅਨ ਜਿਹੜਾ ਪੈਸੇ ਦਾ, ਇਟ ਹੈਜ਼ ਟੂ ਬੀ ਦ ਪੂਅਰੈਸਟ ਪੀਪਲ ਆਫ ਪੰਜਾਬ। ਉਹ ਅੱਜ ਉਹਨੂੰ ਮੈਂ ਅੱਜ ਅਮਲੀ ਜਾਮਾ ਪਹਿਨਾਤਾ ਹੈ। ਜਿਹੜਾ ਸੋਸ਼ਲ ਸੈਕਟਰ ਹੈ, ਜਿਹਦੇ ਹੈਲਥ ਐਜੂਕੇਸ਼ਨ ਹੈ, ਉਹਦੇ ਵਾਸਤੇ ਵੱਡੀ ਰਕਮ ਜਿਹੜੀ ਹੈ ਮਖਸੂਸ ਕੀਤੀ ਹੈ। ਐਗਰੀਕਲਚਰ ਜਿਹੜਾ, ਕਿਉਂਕਿ ਦੇਖੋ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲ ਸਕੇ, ਬੱਚੇ ਇੱਜ਼ਤ ਦੀ ਰੋਟੀ ਕਮਾ ਕੇ ਖਾ ਸਕਣ, ਔਰ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁੱਸ ਕੇ ਚਲੀਆਂ ਗਈਆਂ, ਉਹ ਬਹਾਰਾਂ ਵਾਪਸ ਪੰਜਾਬ 'ਚ ਕਿਵੇਂ ਲੌਟ ਕੇ ਆਉਣ। ਕਿਉਂਕਿ ਸਰਕਾਰ ਜਿਹੜੀ ਹੈ ਇਹ ਮਾਂ-ਬਾਪ ਦੀ ਹੈਸੀਅਤ ਰੱਖਦੀ ਹੈ, ਜਿਵੇਂ ਮਾਂ-ਬਾਪ ਨੂੰ ਆਪਣੀ ਔਲਾਦ ਦਾ ਫਿਕਰ ਹੈ, ਸਰਕਾਰ ਨੂੰ ਆਪਣੀ ਕੌਮ ਦਾ ਫਿਕਰ ਹੈ। ਸੋ ਮੈਂ ਇਹ ਸਾਰਾ ਜਿਹੜਾ ਮੰਜ਼ਰਨਾਮਾ ਜਿਹੜਾ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ ਕਿ ਕਿਵੇਂ ਨਾ, ਔਰ ਇੱਕ ਕੰਪੀਟਿੰਗ ਇੰਟਰਸਟ ਹੁੰਦੇ ਆ, ਔਰ ਕੰਪੀਟਿੰਗ ਇੰਟਰਸਟ ਜਿਹਦੇ 'ਚ ਇੰਪਲੋਈਜ਼ ਆ ਜਾਂਦੇ ਆ, ਜਿਹਦੇ 'ਚ ਸਾਡਾ ਜਿਹੜੀਆਂ ਸੋਸ਼ਲ ਵੈਲਫੇਅਰ ਸਕੀਮਸ ਆ ਜਾਂਦੀਆਂ, ਫਿਰ ਪੰਜਾਬ ਦਾ ਜਿਹੜਾ ਇਨਫਰਾਸਟਰਕਚਰ ਹੈ ਇਹਨੂੰ ਅਸੀਂ ਕਿਵੇਂ ਅਸੀਂ ਇੰਟਰਨੈਸ਼ਨਲ ਸਪੈਸੀਫਿਕੇਸ਼ਨਸ 'ਤੇ ਲੈ ਕੇ ਆਈਏ। ਪੰਜਾਬ ਦੇ ਵਿੱਚ ਇੱਕ ਦੇਖੋ, ਸਰਕਾਰ ਤਰੱਕੀ ਨਹੀਂ ਕਰਾਉਂਦੀ, ਸਰਕਾਰ ਇੱਕ ਮਾਹੌਲ ਪੈਦਾ ਕਰਦੀ ਹੈ ਜਿਹੜਾ ਤਰੱਕੀ ਨੂੰ ਜਨਮ ਦੇ ਦਿੰਦਾ। ਅਸੀਂ ਉਹ ਮਾਹੌਲ ਪੈਦਾ ਕਰਨਾ ਹੈ ਇੱਥੇ, ਮੈਡੀਕਲ ਕਾਲਜਿਸ, ਟੈਕਨੀਕਲ ਕਾਲਜਿਸ ਦੀ ਸ਼ਕਲ 'ਚ, ਐਜੂਕੇਟਿਡ ਵਰਕਫੋਰਸ ਦੀ ਸ਼ਕਲ 'ਚ, ਚੰਗੀਆਂ ਸੜਕਾਂ ਦੀ ਸ਼ਕਲ ਦੇ ਵਿੱਚ, ਅੱਛੇ ਸਾਫ਼ ਸੁਥਰੇ ਸ਼ਹਿਰਾਂ ਦੀ ਸ਼ਕਲ ਦੇ ਵਿੱਚ। ਸੋ ਇਸ ਕਿਸਮ ਦੀਆਂ ਖੁਆਇਸ਼ਾਤ ਸੀਗੀਆਂ 5 ਸਾਲ ਜਿਹੜੇ ਹੈ। ਔਰ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਮੈਂ ਸੰਤੁਸ਼ਟ ਹਾਂ, ਕਿਉਂਕਿ ਕਿਸੇ ਵੀ ਹਾਲ 'ਚ ਸੰਤੁਸ਼ਟ ਹੋ ਕੇ ਬੈਠ ਜਾਣਾ ਇਹ ਜ਼ਿੰਦਾ ਕੌਮਾਂ ਦੀ ਨਿਸ਼ਾਨੀ ਨਹੀਂ ਹੁੰਦੀ, ਸ਼ਨਾਖਤ ਨਹੀਂ ਹੁੰਦੀ। ਔਰ ਪੰਜਾਬ ਦੇ ਬਹੁਤ ਸਾਰੀਆਂ ਮੰਜ਼ਿਲਾਂ ਜਿਹੜੀਆਂ ਉਹ ਪੰਜਾਬ ਦੇ ਕਦਮਾਂ ਦੇ ਮੁੰਤਜ਼ਰ ਹੈ। ਪਰ ਪੰਜਾਬ, ਮੈਂ ਮੋਟੇ ਤੌਰ 'ਤੇ ਕਹਿ ਸਕਦਾ ਕਿ ਪੰਜਾਬ ਅਜ਼ਮਾਇਸ਼ ਦੀ ਦਲਦਲ 'ਚੋਂ ਨਿਕਲ ਚੁੱਕਿਆ ਹੈ। ਇੱਕ ਵਾਰੀ ਫੇਰ ਅਸੀਂ ਦਾਅਵਾ ਪੇਸ਼ ਕਰ ਸਕਦੇ ਹਾਂ ਕਿ ਅਸੀਂ ਹਿੰਦੁਸਤਾਨ ਦੇ ਜਿਹੜੇ ਅੱਛੇ ਨੰਬਰ 1 ਸਟੇਟ, ਅਸੀਂ ਉਹਦਾ ਦਾਅਵਾ ਪੇਸ਼ ਕਰ ਸਕਦੇ ਹਾਂ। ਔਰ ਮੈਂ ਜਦੋਂ ਹਿੰਦੁਸਤਾਨ 'ਚ ਦੇਖਦਾ, ਮੈਂ ਦੇਖਦਾ ਕਿ ਹਿੰਦੁਸਤਾਨ ਦੀ ਜਿਹੜੀ ਡਿਵੈਲਪਮੈਂਟ ਦੇ ਬਹੁਤ ਸਾਰੇ ਸਫ਼ੇ ਅੱਜ ਵੀ ਕੋਰੇ ਪਏ ਹੈ, ਔਰ ਪੰਜਾਬ ਉਹਨਾਂ ਸਫ਼ਿਆਂ ਦੀ ਰੌਣਕ ਬਣ ਸਕਦਾ ਹੈ, ਬਸ਼ਰਤ ਜਿਹੜਾ ਅਸੀਂ ਇਹਨਾਂ ਚੈਲੰਜਸ ਲਈ ਤਿਆਰ ਹੋ ਜਾਈਏ।
ਬਾਦਲ ਸਾਹਿਬ ਅੱਜ ਜਿਸ ਵਕਤ ਤੁਸੀਂ ਬਜਟ ਪੇਸ਼ ਕੀਤਾ ਉੱਥੇ ਇੱਕ ਹੋਰ ਗੱਲ ਕੀਤੀ ਗਈ ਕਿ ਜਿਹੜੀ ਸਰਕਾਰ ਹੈਗੀ ਉਹਨੇ ਆਪਣੇ 85% ਜਿਹੜੇ ਵਾਅਦੇ ਹੈਗੇ ਆ ਉਹ ਪੂਰੇ ਕਰ ਦਿੱਤੇ ਆ ਤੇ ਕਿਤੇ ਨਾ ਕਿਤੇ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਅੱਜ ਦਾ ਬਜਟ ਪੇਸ਼ ਕੀਤਾ ਗਿਆ ਆ ਉਹਦੇ ਵਿੱਚ ਜਿਹੜੇ ਬਾਕੀ ਬਚੇ 15% ਹੈਗੇ ਆ ਉਹਨੂੰ ਵੀ ਉਹਦੇ ਵਾਅਦੇ ਪੂਰੇ ਕਰਨ ਦੀ ਵੀ ਗੱਲ ਸੀਗੀ ਉਹਦੇ ਵਿੱਚ। ਬੇਟਾ ਦੇਖੋ ਕਈ ਕਿਸਮ ਦੇ ਵਾਅਦੇ ਸੀ, ਕਈਆਂ ਦੀ ਤਾਂ ਫਾਈਨੈਂਸ਼ੀਅਲ ਇੰਪਲੀਕੇਸ਼ਨ ਸੀ, ਕਈਆਂ ਦੀ ਜਸਟ ਦੇ ਵਰ ਐਡਮਿਨਿਸਟ੍ਰੇਟਿਵ ਡਿਸੀਜਨਸ, ਕਈ ਜਿਹੜੇ ਗਵਰਨਮੈਂਟ ਨੂੰ ਸਟ੍ਰੀਮਲਾਈਨ ਕਰਨਾ ਸੀ ਵਗੈਰਾ ਵਗੈਰਾ। ਸੋ ਬਹੁਤ ਸਾਰੇ ਵਾਅਦੇ ਤਾਂ ਪੂਰੇ ਹੋ ਚੁੱਕੇ ਹੈ। ਕੁਝ ਵਾਅਦੇ ਜਿਹੜੇ ਹੈ ਉਹ ਇਸ ਸਾਲ ਪਾਈਪਲਾਈਨ 'ਚ ਹੈ। ਕੁਝ ਵਾਅਦੇ ਹੈ, ਮੈਂ ਮਿਸਾਲ ਦੇ ਤੌਰ 'ਤੇ ਤੁਹਾਨੂੰ ਕਹਿੰਦਾ ਕਿ ਜਿਹੜੇ ਸਮਾਰਟ ਰਾਸ਼ਨ ਕਾਰਡਸ ਹੈ, ਗਵਰਨਮੈਂਟ ਆਫ ਇੰਡੀਆ ਦੀ ਇੱਕ ਸਕੀਮ ਹੈ ਕਿ ਜਿਹੜਾ ਵੀ ਇੱਕ ਸਰਟਨ ਕੈਟੇਗਰੀ ਤੋਂ ਥੱਲੇ ਹੈ ਉਹਨੂੰ ਗਵਰਨਮੈਂਟ ਆਫ ਇੰਡੀਆ 2 ਰੁਪਏ ਤੇ ਸਸਤਾ ਅਨਾਜ ਦੇਗੀ। ਹੁਣ ਜਿਹੜੀ ਨੈਸ਼ਨਲ ਸਕੀਮ ਹੈ, ਸਾਡੇ 55 ਲੱਖ ਖਾਨਦਾਨ ਹੈ। ਹੁਣ 55 ਲੱਖ ਖਾਨਦਾਨ 'ਚੋਂ 33 ਲੱਖ ਖਾਨਦਾਨ ਨੂੰ ਇਹ ਫੈਸਿਲਿਟੀ ਮਿਲ ਰਹੀ ਹੈ। ਪਰ ਜਦੋਂ ਅਸੀਂ ਹਲਕੇ 'ਚ ਜਾਂਦੇ ਹਾਂ, ਲੋਕ ਅਜੇ ਵੀ ਸਾਨੂੰ ਡਿਮਾਂਡ ਕਰਦੇ ਆ। ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ ਵੀ ਅਸੀਂ ਮੰਨਣ ਨੂੰ ਤਿਆਰ ਨਹੀਂ ਕਿ 55 ਲੱਖ ਖਾਨਦਾਨ 'ਚੋਂ 33 ਲੱਖ ਲੈ ਰਹੇ ਆ ਔਰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਹੋਰ ਜ਼ਰੂਰਤ ਹੈ, ਇਹ ਅਸੀਂ ਨਹੀਂ ਦੇਵਾਂਗੇ। ਹੁਣ ਸਾਡੇ ਕੋਲੇ ਮਸਲਾ ਸੀ, ਸਾਡਾ ਜਿਵੇਂ ਇੱਕ ਇਲੈਕਸ਼ਨ ਪ੍ਰੋਮਿਸ ਸੀ ਕਿ ਵੀ ਵਿਲ ਐਡ ਸ਼ੂਗਰ ਐਂਡ ਟੀ ਲੀਵਸ, ਚਾਹ ਦੀ ਪੱਤੀ ਤੇ ਖੰਡ ਵੀ ਅਸੀਂ ਦੇਵਾਂਗੇ। ਹੁਣ ਮੇਰੇ ਕੋਲੇ ਐਜ਼ ਅ ਫਾਈਨੈਂਸ ਮਿਨਿਸਟਰ ਆਈ ਹੈਡ ਟੂ ਟੇਕ ਦੈਟ ਕਾਲ ਕਿ ਚਾਹ ਦਈਏ ਤੇ ਖੰਡ ਦਈਏ ਕਿ ਜਿਹੜੇ ਲੋਕਾਂ ਨੂੰ ਅਜੇ ਵੀ ਕਣਕ ਨਹੀਂ ਮਿਲ ਰਹੀ, ਆਟਾ ਨਹੀਂ ਮਿਲ ਰਿਹਾ। ਸੋ ਮੈਂ ਕਾਲ ਦਿੱਤੀ ਕਿ ਅਸੀਂ 9 ਲੱਖ ਖਾਨਦਾਨ ਹੋਰ ਇਸ ਆਪਦੀ ਸਟੇਟ ਦੀ ਸਕੀਮ ਬਣਾਵਾਂਗੇ, ਹੂ ਬਹੂ ਇਹੀ ਸਕੀਮ 2 ਰੁਪਏ ਕਿਲੋ ਦੇ ਹਿਸਾਬ ਨਾਲ। ਸੋ ਮਤਲਬ ਐਜ਼ ਫਾਈਨੈਂਸ ਮਿਨਿਸਟਰ ਮੈਨੂੰ ਇਸ ਕਿਸਮ ਦੀਆਂ ਮੁਸ਼ਕਿਲਾਂ ਆਉਂਦੀਆਂ ਕਿਉਂਕਿ ਤੁਹਾਡੇ ਵਰਗੇ ਜਰਨਲਿਸਟ ਜਾਂ ਕੋਈ ਵਿਰੋਧੀ ਵੀ ਆ ਕੇ ਕਹਿੰਦੇ ਕਿ ਤੂੰ ਇਹ ਕਿਹਾ ਸੀ ਪੂਰਾ ਨਹੀਂ ਹੋਇਆ। ਮੇਰਾ ਜਵਾਬ ਇਹ ਹੈ ਕਿ ਮੈਂ 9 ਲੱਖ ਬੰਦੇ ਨੂੰ ਹੋਰ ਰਾਸ਼ਨ ਦਿੱਤਾ ਜਿਨ੍ਹਾਂ ਕੋਲੇ ਕਣਕ ਵੀ ਹੈ ਨਹੀਂ। ਖੰਡ ਤੇ ਚਾਹ ਤਾਂ ਵੇਟ ਕਰ ਸਕਦੀ ਪਰ ਕਣਕ ਵੇਟ ਨਹੀਂ ਕਰ ਸਕਦੀ, ਔਰ ਇਹਦੇ ਲਈ ਮੈਂ 120 ਕਰੋੜ ਰੁਪਇਆ ਇਸ ਬਜਟ 'ਚ ਰੱਖਿਆ। ਬਾਦਲ ਸਾਹਿਬ ਹੁਣੇ ਤੁਸੀਂ ਗੱਲ ਕੀਤੀ ਵਿਰੋਧੀ ਧਿਰ ਦੀ ਤੇ ਉੱਥੇ ਹੀ ਗੱਲ ਕੀਤੀ ਜਾਵੇ। ਅੱਜ ਅਕਾਲੀ ਦਲ ਵਾਕਆਊਟ ਕਰ ਗਈ ਸੀਗੀ ਸੰਸਦ ਚੋਂ ਕਿ ਇਹ ਕਹਿ ਕੇ ਕਿ ਇਸ ਬਜਟ ਦੇ ਵਿੱਚ ਜਿਹੜੇ ਫਾਰਮਰ ਸੁਸਾਈਡ ਕਰ ਰਹੇ ਨੇ ਉਹਨਾਂ ਵਾਸਤੇ ਕੁਝ ਵੀ ਨਹੀਂ ਹੈ। ਇਸ ਬਾਰੇ ਤੁਸੀਂ ਕੀ ਕਹਿੰਦੇ ਹੋ? ਨਹੀਂ, ਇਹ ਤਾਂ ਦੇਖੋ ਇੱਕ ਗਵਰਨਮੈਂਟ ਦੀ ਪਾਲਿਸੀ ਹੈ। ਕੋਈ ਵੀ ਸੁਸਾਈਡ ਫਾਰਮਰ ਕਰਦਾ ਹੈ ਤਾਂ ਉਹਦੇ ਇੱਕ ਖਾਸ ਜਿਹੜੀ ਗਵਰਨਮੈਂਟ ਪਾਲਿਸੀ ਦੇ ਤਹਿਤ ਉਹਨੂੰ ਕੰਪਨਸੇਸ਼ਨ ਵੀ ਮਿਲਦੀ ਹੈ ਔਰ ਉਹਦੇ ਜਿਹੜੇ ਕੋਈ ਕਰਜ਼ੇ ਵਗੈਰਾ ਹੁੰਦੇ ਆ ਉਹਨਾਂ 'ਤੇ ਵੀ ਗਵਰਨਮੈਂਟ ਹੈਂਡਲ ਕਰਦੀ ਹੈ। ਪੰਜਾਬ ਇੱਕ ਵਾਹਦ ਸੂਬਾ ਹੈ ਜਿਹੜਾ ਕਿ ਔਰ ਖਾਸ ਕਰਕੇ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਔਰ ਇਸ ਸੰਘਰਸ਼ ਨਾਲ ਸਾਰੀ ਦੁਨੀਆ ਸੁਰ ਨਾਲ ਸੁਰ ਮਿਲਾ ਕੇ ਆਵਾਜ਼ ਬੁਲੰਦ ਕਰ ਰਹੀ ਹੈ। ਜਿਹੜਾ ਕਿ ਆਪਣੇ ਕਿਸਾਨਾਂ ਨੂੰ 5 ਲੱਖ ਰੁਪਏ ਦੀ ਕੰਪਨਸੇਸ਼ਨ ਦਿੰਦਾ ਹੈ ਔਰ ਇੱਕ ਗਵਰਨਮੈਂਟ ਜੌਬ ਵੀ ਦਿੰਦਾ ਹੈ। ਤੁਸੀਂ ਇੰਡੀਆ ਦੇ ਵਿੱਚ ਇੱਕ ਮਿਸਾਲ ਵੀ ਦੇ ਦਿਓ। ਸੋ ਉਹਨਾਂ ਦਾ ਇਹ ਕਲੇਮ ਕਰਨਾ ਕਿ ਇਹ ਹੈ ਨਹੀਂ, ਚਲੋ ਇਹ ਤਾਂ ਦੇਖੋ ਅਨੁਜਾ, ਇੱਕ ਲੋਕ ਰਾਜ ਦਾ ਕੀ ਤਕਾਜ਼ਾ ਹੁੰਦਾ ਹੈ, ਲੋਕ ਰਾਜ ਦੇ ਕੀ ਪੈਮਾਨੇ ਹੁੰਦੇ ਹੈ। ਓਪੋਜੀਸ਼ਨ ਤਾਂ ਜੋ ਕਹੇਗੀ ਚਲੋ ਉਹਨਾਂ ਦਾ ਹੱਕ ਹੈ, ਇਹ ਜਮਹੂਰੀਅਤ ਦਾ ਵੀ ਹੁਸਨ ਹੈ। ਲੋਕ ਰਾਜ ਦੇ ਤਕਾਜ਼ੇ ਹੁੰਦੇ ਹੈ ਲੋਕ। ਹਾਲ ਦੇ ਵਿੱਚ ਮਿਊਨਿਸਪਲ ਇਲੈਕਸ਼ਨਸ ਹੋਏ, ਉਦੋਂ ਪਹਿਲਾਂ ਲੋਕ ਸਭਾ ਦੇ ਇਲੈਕਸ਼ਨਸ ਹੋਏ, ਉਦੋਂ ਪਹਿਲਾਂ ਰੂਰਲ ਬਾਡੀਜ਼ ਦੇ ਇਲੈਕਸ਼ਨ ਹੋਏ। ਲੋਕ ਅਜੇ ਵੀ ਕਾਂਗਰਸ ਪਾਰਟੀ ਤੇ ਇਤਬਾਰ ਕਰਦੇ ਆ। ਕਿਸੇ ਵਜ੍ਹਾ ਨਾਲ ਇਹ ਅਕਾਲੀ ਦਲ ਤੇ ਆਪ ਤੇ ਇਤਬਾਰ ਕਰਨ ਨੂੰ ਤਿਆਰ ਨਹੀਂ ਹੈ। ਔਰ ਦੇਖੋ ਇਹ ਜਿਹੜੀ ਸਾਡੀ ਪੰਜਾਬੀ ਕੌਮ ਹੈ ਔਰ ਮੇਰਾ 25 ਸਾਲ ਦਾ ਤਜਰਬਾ ਗਿਣ ਲਓ ਕਿ ਮੈਂ ਦੇਖਿਆ ਕਿ ਲੋਕ ਜਦੋਂ ਦੇਖਦੇ ਆ ਕਿ ਜਿਹੜਾ ਸਾਡਾ ਲੀਡਰ ਹੈ ਇਹਦਾ ਜਜ਼ਬਾ ਜਾਂ ਇਹਦੀ ਨੀਅਤ ਸਾਫ਼ ਹੈ ਤਾਂ ਲੋਕ ਜਜ਼ਬੇ ਨੂੰ ਵੀ ਸਲਾਮ ਕਰ ਦਿੰਦੇ ਆ। ਸੋ ਸਾਡੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ ਹੈ। ਜੇ ਨੀਅਤ 'ਚ ਖੋਟ ਨਾ ਜੇ ਹੁੰਦੀ ਤਾਂ ਪੰਜਾਬ ਅੱਜ ਜਿਹੜੇ ਸਾਡੇ ਰੈਵਨਿਊਜ਼ ਦੀ ਕਿਸ ਕਿਸਮ ਦੀ ਹਾਲਤ ਹੈ, ਖਰਚਿਆਂ ਦੀ ਕੀ ਹਾਲਤ ਹੈ, ਇਹ ਸਟੇਜ ਤੇ ਨਹੀਂ ਆਉਣਾ ਸੀ। ਬਾਦਲ ਸਾਹਿਬ ਅੱਜ ਤੁਸੀਂ ਇੱਕ ਹੋਰ ਸਟੇਟਮੈਂਟ ਦਿੱਤੀ ਕਿ ਜੇਕਰ ਅਗਲੀ ਵਾਰੀ ਵੀ ਕਾਂਗਰਸ ਸਰਕਾਰ ਆਂਦੀ ਹੈ ਤੇ ਤੁਸੀਂ ਫਾਈਨਾਂਸ ਮਿਨਿਸਟਰੀ ਨੂੰ ਨਹੀਂ ਹੈਂਡਲ ਕਰੋਗੇ, ਇਹਦੇ ਪਿੱਛੇ ਦਾ ਕੀ ਕਾਰਨ ਰਿਹਾ? ਇਹ ਮੈਂ ਮਜ਼ਾਕ 'ਚ ਕਿਹਾ ਸੀ, ਪਰ ਮਜ਼ਾਕ ਤੋਂ ਇਲਾਵਾ ਮੈਂ ਉਮਰ ਦੇ ਉਸ ਹਿੱਸੇ 'ਚ ਪਹੁੰਚਦਾ ਜਾ ਰਿਹਾ ਜਿੱਥੇ ਇਹ ਜਿਹੜੀ ਫਾਈਨੈਂਸ ਡਿਪਾਰਟਮੈਂਟ ਹੈ ਬੜਾ ਸਟ੍ਰੈਸਫੁਲ ਜੌਬ ਹੈ। ਰਾਤ ਨੂੰ ਕਈ ਵਾਰੀ 4-4 ਵਾਰੀ ਵੀ ਜਾਗ ਆ ਜਾਂਦੀ ਹੈ ਔਰ ਯੂ ਕੈਨ ਨੈਵਰ ਬੀ ਪੋਪੂਲਰ। ਜਿਵੇਂ ਕੋਈ ਮੁਲਾਜ਼ਮ ਨੇ ਕਹਿਤਾ ਇਹ ਮਾੜਾ ਬੰਦਾ ਹੈ, ਕਿਤੇ ਕੋਈ ਕਹਿ ਦਿੰਦਾ ਹੈ, ਜਿਹਨੂੰ ਕਿਸੇ ਨੂੰ ਜਵਾਬ ਦਿਓਗੇ ਪੈਸੇ ਤੋਂ
ਸੋ ਔਰ ਹਾਲਾਂਕਿ ਪਰਮਾਤਮਾ ਨੂੰ ਇੱਕ ਚੀਜ਼ ਨਾਲ ਜੇ ਨਫ਼ਰਤ ਹੈ ਜਾਂ ਪਰਮਾਤਮਾ ਨਾ ਪਸੰਦ ਕਰਦਾ ਹੈ ਤੇ ਉਹ ਹੰਕਾਰ ਨਾਲ ਉਹ ਕਹਿੰਦੇ ਨੇ ਹੰਕਾਰ ਦਾ ਤੇ ਪਰਮਾਤਮਾ ਦਾ ਵੈਰ ਹੋ ਜਾਂਦਾ ਹੈ। ਸੋ ਮੈਂ ਇਹ ਤਾਂ ਨਹੀਂ ਕਹੂੰਗਾ ਕਿ ਅਗਲੀ ਸਰਕਾਰ ਸਾਡੀ ਆਊਗੀ ਔਰ ਮੈਂ ਇਹ ਬਣੂੰਗਾ ਉਹ ਕਰੂੰ, ਪਰ ਜੇ ਪਰਮਾਤਮਾ ਨੂੰ ਮਨਜ਼ੂਰ ਹੋਇਆ, ਮੇਰੇ ਰੱਬ ਨੂੰ ਮਨਜ਼ੂਰ ਹੋਇਆ, ਮਜ਼ਾਕ 'ਚ ਕਿਹਾ ਸੀ ਕਿ ਕੋਈ ਐਤਕੀ ਸਸਤਾ ਮਹਿਕਮਾ ਜਿਹਦੇ 'ਚ ਟੂਰਿਜ਼ਮ, ਜੰਗਲਾਤ, ਸਪੋਰਟਸ, ਜਿਹਦੇ ਸਾਰਾ ਦਿਨ ਆਪਣਾ ਮਨ ਬਹਿਲ ਜੇ। ਔਰ ਕਿਉਂਕਿ ਆਈ ਐਮ ਆਲਸੋ ਗੈਟਿੰਗ ਓਲਡ, ਆਈ ਕਾਂਟ, ਮੈਨੂੰ ਕੋਈ ਬਿਮਾਰੀ ਨਾ ਲੱਗ ਜੇ। ਸੋ ਮੈਂ ਖੈਰ ਮਜ਼ਾਕ 'ਚ ਕਿਹਾ ਸੀ, ਬਟ ਐਨੀਵੇਜ਼ ਵਾਟ ਐਵਰ ਕਾਂਗਰਸ ਡਿਜ਼ਾਇਰਸ, ਮਤਲਬ ਹੋਊਗਾ ਤਾਂ ਉਵੇਂ ਹੀ। ਬਲ ਸਾਹਿਬ, ਜਿਸ ਤਰੀਕੇ ਨਾਲ ਆਪਾਂ ਦੇਖੀਏ ਤੇ ਪੰਜਾਬ ਦੇ ਵਿੱਚ ਸਪੋਰਟਸ ਨੂੰ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਤੇ ਇਸ ਵਾਰ ਬਜਟ ਦੇ ਵਿੱਚ ਤੁਸੀਂ ਉਹਦੇ ਵਾਸਤੇ ਵੀ ਗੱਲਬਾਤ ਕੀਤੀ, ਉਸ ਨੂੰ ਕਿਸ ਤਰੀਕੇ ਨਾਲ ਇੰਪਲੀਮੈਂਟ ਕਰੋਗੇ ਤੁਸੀਂ ਤੇ ਕਿੰਨਾ ਬਜਟ ਰੱਖਿਆ ਉਹਦੇ ਵਾਸਤੇ? ਇਸ ਸਾਲ ਸਪੋਰਟਸ ਦਾ ਜਿਹੜਾ ਬਜਟ ਹੈ ਉਹ 20% ਵਧਾਇਆ ਹੈ, ਬਟ ਮੇਰਾ ਆਪਣਾ ਮੰਨਣਾ ਹੈ ਔਰ ਮੈਂ ਆਪਣੇ ਸਪੋਰਟਸ ਮਿਨਿਸਟਰ ਨੂੰ ਵੀ ਇਹ ਮੁਤਾਲਬਾ ਕੀਤਾ ਸੀ ਕਿ ਜਿਹੜੀ ਵੀ ਸ਼ੁੱਡ ਬੀ ਲੁਕਿੰਗ ਫॉर soft copies, not hard copies। ਬਸ ਅਸੀਂ ਸਟੇਡੀਅਮ ਤੇ ਇਹਨਾਂ ਗੱਲਾਂ ਨਹੀਂ, ਅਸੀਂ ਪਹਿਲਾਂ ਆਪਣੇ ਯੂਥ ਨੂੰ ਉੱਥੇ ਲੈ ਕੇ ਜਾਈਏ ਜਿਹੜੇ ਕਿ ਉਹ ਇਸ ਕਿਸਮ ਦੇ ਸਟੇਡੀਅਮ 'ਚ ਕੰਪੀਟ ਕਰਨ। ਔਰ ਇਹ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਸਾਡਾ ਸਰਕਾਰੀ ਦਰਅਸਲ ਸਪੋਰਟਸ ਵਿਲ ਹੈਵ ਟੂ ਸਟਾਰਟ ਇਨ ਦੋਜ਼ ਨਰਸਰੀਜ਼, ਨੰਬਰ 1। ਨੰਬਰ 2, ਆਈ ਥਿੰਕ, ਔਰ ਮੈਂ ਗਲਤ ਹੋ ਸਕਦਾ, ਮੈਂ ਸੋਚਦਾ ਕਿ ਪੰਜਾਬ ਜਿਹੜਾ ਹੈ ਇਹ ਓਲੰਪਿਕਸ, ਕਾਮਨਵੈਲਥ ਗੇਮਸ, ਏਸ਼ੀਅਨ ਗੇਮਸ, ਇਹਦੇ ਸੁਪਨੇ ਛੱਡ ਕੇ ਅਸੀਂ ਕਨਸੈਂਟਰੇਟ ਕਰੀਏ ਨੈਸ਼ਨਲ ਗੇਮਸ 'ਤੇ। ਅਸੀਂ ਇੰਡੀਆ ਨੂੰ ਦਿਖਾਉਣਾ ਹੈ ਕਿ ਸਾਡੇ ਬੱਚੇ ਜਿਹੜੇ ਹੈ ਇਹ ਸਾਰਿਆਂ ਤੋਂ ਸੋਹਣੇ ਹੈ। ਸੋ ਅਨਲੈਸ ਵੀ ਕੰਪੀਟ ਇਨ ਇੰਡੀਆ ਫਸਟ ਐਂਡ ਔਨ ਅ ਮੈਸ ਸਕੇਲ, ਐਂਡ ਪੰਜਾਬ ਜਿਹੜਾ ਜਿਹੜਾ ਪੰਜਾਬ ਦਾ ਇੱਕ ਸਪੋਰਟਸ 'ਚ ਰੁਤਬਾ ਹੁੰਦਾ ਸੀ, ਉਹ ਵਾਪਸ ਸਾਨੂੰ ਸਕੂਲ ਤੋਂ ਸ਼ੁਰੂ ਕਰਨਾ ਪੈਣਾ। ਔਰ ਇਹ ਸਾਰੇ ਵੱਡੇ ਖਾਬ ਛੱਡ ਕੇ ਸਾਨੂੰ ਛੋਟੀਆਂ ਸਪੋਰਟਸ ਹੈ ਔਰ ਛੋਟੇ ਕੰਪੀਟੀਸ਼ਨਸ ਹੈ, ਇਹ ਲੜਨੇ ਪੈਣੇ। ਸੋਚਣ ਵਾਲਿਆਂ ਨੂੰ, ਸਾਡੇ ਦੇਖਣ ਵਾਲਿਆਂ ਨੂੰ ਯਾਦ ਨਾ ਹੋਵੇ ਕਿ ਚਾਈਨਾ ਨੇ 1949 ਤੋਂ ਲੈ ਕੇ 1990 ਤੱਕ ਕਿਸੇ ਵੀ ਸਪੋਰਟਸ, ਨਾ ਓਲੰਪਿਕ 'ਚ ਨਾ ਏਸ਼ੀਅਨ, ਕਿਸੇ ਹਿੱਸਾ ਹੀ ਨਹੀਂ ਲਿਆ। ਉਹ ਕਹੇ ਅਸੀਂ ਹਿੱਸਾ ਹੀ ਉਦੋਂ ਲਵਾਂਗੇ ਜਦੋਂ ਅਸੀਂ ਨੰਬਰ 1 ਮਤਲਬ ਦੁਨੀਆ ਦੇ ਬਣ ਗਏ। ਪੰਜਾਬ ਨੂੰ ਵੀ ਤਿਆਰੀ 30-40 ਸਾਲ ਦੀ ਤਿਆਰੀ ਇਸ ਕਿਸਮ ਦੀ ਕਰਨੀ ਪੈਣੀ ਹੈ ਕਿ ਅਸੀਂ until we become the best in the world, we will not go to bigger tournaments. We will just concentrate on building our own youth and their health and of course their welfare। ਇਹ ਸੀਗੀ ਅਸੀਂ ਤੁਹਾਡੀ ਗੱਲਬਾਤ ਕਰਵਾਈ ਮਨਪ੍ਰੀਤ ਬਾਦਲ ਜੀ ਦੇ ਨਾਲ, ਜੋ ਪੰਜਾਬ ਦੇ ਫਾਈਨਾਂਸ ਮਿਨਿਸਟਰ ਨੇ ਇਸ ਵਕਤ। ਉਹਨਾਂ ਨੇ ਬਹੁਤ ਚੰਗੀ ਗੱਲ ਕੀਤੀ ਕਿ ਉੱਚੇ ਲੈਵਲ ਤੱਕ ਜਾਣ ਤੋਂ ਪਹਿਲਾਂ ਸਾਨੂੰ ਆਪਣਾ ਸਟੇਟ ਲੈਵਲ ਸੁਧਾਰਨਾ ਪਏਗਾ। ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਸ ਵਾਰ ਦਾ ਬਜਟ ਪੇਸ਼ ਕੀਤਾ ਗਿਆ ਉਸ ਵਿੱਚ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹ ਜਿਹੜੀ ਲੋਕ ਨੇ ਇੱਥੇ, ਉਹਨਾਂ ਨੂੰ ਦੇਖਦੇ ਹੋਏ, ਉਹਨਾਂ ਦੀ ਦਿੱਕਤਾਂ ਨੂੰ ਸਮਝਦੇ ਹੋਏ ਉਹਨਾਂ ਵਾਸਤੇ ਬਜਟ ਬਣਾਇਆ ਜਾਵੇ। ਕੈਮਰਾਮੈਨ ਰਾਜੇਸ਼ ਦੇ ਨਾਲ ਅਨੂਜਾ ਸ਼ਰਮਾ, ਦੇਸ਼ ਪ੍ਰਦੇਸ਼ ਟੀਵੀ, ਚੰਡੀਗੜ੍ਹ।